ਰੇਡਸ ਦਾ ਸਿਲਸਿਲਾ ਲਗਾਤਾਰ ਜਿਹੜਾ ਉਹ ਜਾਰੀ ਆ। ਫਾਰਮਿੰਗ ਵਾਲੇ ਆ, ਉਹਨਾਂ ਦੇ ਦੁਆਰਾ ਕਈ ਫਾਰਮ ਵਰਕਰਸ ਦੇ ਦੁਆਰਾ ਪ੍ਰੋਟੈਸਟ ਕੀਤੇ ਜਾ ਰਹੇ ਆ, ਕਈ ਥਾਵਾਂ ਦੇ ਉੱਤੇ ਉਹਨਾਂ ਦੇ ਸਟ੍ਰਾਈਕਸ ਵਗੈਰਾ ਵੀ ਜਿਹੜੀਆਂ ਉਹ ਕੀਤੀਆਂ ਆ। ਹੋਮ ਡੀਪੋ ਤੋਂ ਬਾਹਰੋਂ ਜਿਹੜੀਆਂ ਕਾਫੀ ਜ਼ਿਆਦਾ ਆ ਉਹ ਆਪਾਂ ਦੇਖਦੇ ਹਾਂ ਵੀ ਇਦਾਂ ਦੀਆਂ ਨਿਊਜ਼ ਜਿਹੜੀਆਂ ਆ ਰਹੀਆਂ। ਸੋ ਇਹ ਰੇਡਸ ਦੇ ਸਿਲਸਿਲੇ ਦੇ ਵਿੱਚ ਇਮੀਗ੍ਰੇਸ਼ਨ ਦੇ ਲੈਂਡਸਕੇਪ ਦੇ ਵਿੱਚ ਕੀ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਆ ਆਮ ਲੋਕਾਂ ਦੇ ਵਿੱਚ, ਜਦੋਂ ਤੁਹਾਡੀ ਵੀ ਕਲਾਇੰਟਸ ਨਾਲ ਗੱਲ ਹੁੰਦੀ ਆ ਜਾਂ ਆਮ ਲੋਕਾਂ ਨਾਲ ਗੱਲ ਹੁੰਦੀ ਹੈ, ਕੀ ਉਹਨਾਂ ਦਾ ਨਜ਼ਰੀਆ ਜਿਹੜਾ ਇਹਨਾਂ ਰੇਟਸ ਨੂੰ ਲੈ ਕੇ ਚੱਲ ਰਿਹਾ? ਸੋ ਦੇਖੋ ਜੀ, ਰੇਟਸ ਦਾ ਮੈਂ ਹੁਣੇ ਉਹਨਾਂ ਦਾ ਜਿਹੜਾ ਪੜ੍ਹ ਰਿਹਾ ਸੀਗਾ ਤੇ ਕਹਿੰਦੇ ਉਹ ਕਿ ਜਿਹੜਾ ਬਜਟ ਉਹਨਾਂ ਦਾ ਵੱਧ ਗਿਆ ਤੇ ਆਪਣੇ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਤੇ ਮੈਸੇਜ ਵਗੈਰਾ ਉਹਨਾਂ ਨੇ ਪਾਏ ਸੀਗੇ ਤੇ ਮੈਸੇਜ ਦੇ ਵਿੱਚ ਉਹ ਬੇਸਿਕਲੀ ਇਹੀ ਕਹਿ ਰਹੇ ਸੀਗੇ ਕਿ ਜਿਹੜੇ ਰਿਟਾਇਰਡ ਜਿੱਦਾਂ ਕੋਈ ਆਰਮੀ ਵਾਲੇ ਜਾਂ ਵੈਟਰਨ ਵਾਲ ਹੈਗੇ ਆ ਜਾਂ ਪੁਲਿਸ ਵਾਲੇ ਬੰਦੇ ਹੈਗੇ ਆ ਤੇ ਜੋਬ ਦੇ ਲਈ ਪ੍ਰੋਫਾਈਲ ਜਾਂ ਉਹਨਾਂ ਦਾ ਫਿੱਟ ਹੁੰਦਾ ਤਾਂ ਉਹ ਉਹਨਾਂ ਨੂੰ ਕਹਿ ਰਹੇ ਆ ਕਿ ਇੰਨੇ ਤੁਹਾਨੂੰ 6 ਫਿਗਰ ਸੈਲਰੀ ਦੇਵਾਂਗੇ, ਤੁਹਾਨੂੰ ਇੰਨਾ ਜੁਆਇਨਿੰਗ ਬੋਨਸ ਦੇਵਾਂਗੇ ਤੇ ਉਹਨਾਂ ਨੂੰ ਜਿਹੜਾ ਸੀ ਰੇਡ ਵਾਲੇ ਪਾਸੇ ਜਿਹੜਾ ਤੁਸੀਂ ਕਹਿ ਲਓ ਕਿ ਸਟਾਫ ਜਿਹੜਾ ਭਰਤੀ ਜਿਹੜਾ ਕਰਨ ਜਾ ਰਹੇ ਆ। ਓਕੇ, ਠੀਕ ਆ। ਸੋ ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਰੇਟਸ ਘਟਣ ਵਾਲੀਆਂ ਨਹੀਂ, ਅੱਗੇ ਹੋਰ ਵਧਣਗੀਆਂ। ਤੁਸੀਂ ਦੇਖ ਲਓ 6 ਫਿਗਰ ਸੈਲਰੀ ਆ ਤੇ ਜੁਆਇਨਿੰਗ ਬੋਨਸ ਵੀ ਨਾ ਚਾਹੇਗਾ। ਆਈਟੀ ਵਾਲਿਆਂ ਨੂੰ ਘੁੰਡੀ ਗਈਆਂ ਨੂੰ ਮਿਲਦੀ ਅੱਜ ਕੱਲ, ਉਹਨਾਂ ਦੇ ਤੇ ਲੇ ਆਫ ਚੱਲਦੀਆਂ। ਹਾਂਜੀ, ਉਹੀ ਬਜਟ ਹੁਣ ਬਿਗ ਬਿਊਟੀਫੁਲ ਬਿੱਲ ਜਿਹੜਾ ਆ ਗਿਆ ਤੇ ਇਧਰਲੇ ਪਾਸੇ ਨੂੰ ਉਹਨਾਂ ਨੇ ਚੰਗਾ ਖਾਸਾ ਜਿਹੜਾ ਹੁਣ ਪੈਸੇ ਜਿਹੜੇ ਤੁਸੀਂ ਲਾ ਲਓ ਕਿ ਬਿਲੀਅਨਾਂ 'ਚ ਜਦੋਂ ਫੰਡਿੰਗ ਚੱਲ ਜਾਂਦੀ ਆ, ਬਿਲੀਅਨ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਆਪਣੇ ਕਿੰਨਾ ਪੈਸਾ ਜਿਹੜਾ ਹੈਗਾ ਹੁੰਦੇ ਆ। ਹਾਂਜੀ, ਤੇ ਉਹ 3.5 ਸਾਲਾਂ ਜਿਹਨਾਂ ਨੇ ਜਿਹੜਾ ਖਰਚ ਕਰਨਾ ਤੇ ਕਰਨਾ ਵੀ ਇਧਰਲੇ ਪਾਸੇ ਨੂੰ ਆ। ਤੇ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਦਾ ਪੇਜ ਆ, ਤੁਸੀਂ ਦੇਖਿਆ ਹੀ ਆ, ਉਹ ਤਾਂ ਇਦਾਂ ਐਕਟਿਵ ਹੋਇਆ, ਇਦਾਂ ਕਈ ਵਾਰੀ ਦੇਖ ਕੇ ਲੱਗਦਾ ਉਹਨੂੰ ਕੋਈ ਜਿੱਦਾਂ ਕੋਈ ਟੀਨੇਜਰ ਨਹੀਂ ਚਲਾ ਰਿਹਾ ਹੁੰਦਾ, ਫੋਟੋ ਪਾਈ ਹੁੰਦੀ ਆ ਮਗ ਸ਼ਾਟ। ਡੌਜ ਵਾਲੇ ਤਾਂ ਉਹੀ ਲੱਗਦੇ ਆ ਵੀ ਉਹ ਇੱਧਰ ਭਰਤੀ ਕਰ ਲਿਆ। ਇਦਾਂ ਜੀ ਆਹ ਕਰ ਲਿਆ, ਕ੍ਰਿਮੀਨਲ ਫੜ ਲਿਆ, ਆਹ ਕਰ ਲਿਆ, ਉਹ ਕਰ ਲਿਆ। ਥੋੜਾ ਜਿਹਾ ਜਿਹੜਾ ਦਿਖਾਵਾ ਜਾਂ ਲਿੰਕਡਇਨ ਵਗੈਰਾ ਤੇ ਵੀ ਜਿਹੜੇ ਪ੍ਰੋਫੈਸ਼ਨਲ ਉਹ ਵੀ ਸੀਗੇ, ਉਹ 'ਚ ਵੀ ਮਗ ਸ਼ਾਟ ਲੋਕਾਂ ਦੇ ਪਾ ਦਿੰਦੇ ਆ, ਥੱਲੇ ਕਹਾਣੀ ਜਿਹੀ ਲਿਖ ਦਿੰਦੇ ਆ ਕਿ ਇਹਨੂੰ ਕਈ ਵਾਰੀ ਮੈਂ ਪੜ੍ਹਦਾ ਉਹ ਇਦਾਂ ਹੀ ਬਿਲਕੁਲ ਜਿੱਦਾਂ ਕਹਿ ਲਓ ਤੁਸੀਂ ਮਜ਼ਾਕ ਜਿਹਾ ਉਡਾਉਣ ਦੇ ਹਿਸਾਬ ਨਾਲ ਨਹੀਂ ਕੀਤਾ ਹੁੰਦਾ ਕਿ ਇਹਦੀ ਸ਼ਕਲ ਤੇ ਨਾ ਤੁਸੀਂ ਜਾਏ ਹੋ, ਇਹ ਬਹੁਤ ਇਨੋਸੈਂਟ ਲੱਗਦੀ ਆ, ਪਰ ਇਹਨੇ ਏਦਾਂ ਕੀਤਾ, ਫਰਾਡ ਕੀਤਾ ਏਦਾਂ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਵੀ ਪੂਰਾ ਉਹਨਾਂ ਨੇ ਜਿਹੜਾ ਤੁਸੀਂ ਕਹਿ ਲਓ ਕਿ ਐਕਟੀਵੇਟ ਹੋਏ ਆ ਤੇ ਰੇਟਸ ਦਾ ਜੀ ਸਿਲਸਿਲਾ ਅਨਫੋਰਚੂਨੇਟਲੀ ਜਿਹੜਾ ਵਧੂਗਾ ਤੇ ਜ਼ਿਆਦਾਤਰ ਇਹਦੇ ਵਿੱਚ ਬੰਦੇ ਡੇਂਜਰ ਦੇ ਵਿੱਚ ਉਹੀ ਆ ਜਿਹੜੇ ਪਿਛਲੇ 2 ਸਾਲਾਂ ਦੇ ਵਿੱਚ ਆਏ ਆ ਤੇ ਉਹਨਾਂ ਦੇ ਬਾਰਡਰ ਤੇ ਬਿਆਨ ਨਹੀਂ ਜਿਹੜੇ ਹੋਏ ਸੀਗੇ। ਓਕੇ, ਸੋ ਜਿਨ੍ਹਾਂ ਨੂੰ ਵੀ ਹੁਣ ਫੜਦੇ ਆ ਜਾਂ ਸਭ ਤੋਂ ਪਹਿਲਾਂ ਇਹੀ ਚੈੱਕ ਕੀਤਾ ਜਾਂਦਾ ਵੀ ਇਹਨਾਂ ਦੇ ਬਿਆਨ ਹੋਏ ਆ ਜਾਂ ਨਹੀਂ ਹੋਏ? ਹਾਂਜੀ, ਜ਼ਿਆਦਾਤਰ ਜਿਹੜਾ ਇਹੀ ਚੈੱਕ ਹੁੰਦਾ ਕਿ ਬਿਆਨ ਹੋਏ ਆ ਕਿ ਨਹੀਂ ਹੋਏ ਆ। ਜੇ ਜਿਨ੍ਹਾਂ ਦੇ ਹੋਏ ਹੁੰਦੇ ਆ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਡਿਟੇਨ ਕਰਕੇ ਬਾਅਦ 'ਚ ਛੱਡਿਆ ਜਾਂਦਾ? ਕੀ ਅੱਜ ਕੱਲ੍ਹ ਪ੍ਰੋਸੈਸ ਕੀ ਇਸ ਬਾਬਤ ਕੀ ਪਤਾ ਲੱਗ ਰਿਹਾ ਹੈ? ਉਹਦਾ ਭਾਜੀ ਏਦਾਂ ਹੁੰਦਾ ਕਿ ਦੇਖੋ ਜਿਨ੍ਹਾਂ ਦੇ ਬਿਆਨ ਨਹੀਂ ਹੋਏ ਹੁੰਦੇ ਉਹਨਾਂ ਨੂੰ ਉਹ ਫੜ ਕੇ ਅੱਛਾ ਜਿਹਨਾਂ ਨੂੰ ਨਹੀਂ ਪਤਾ ਠੀਕ ਹੈ, ਜਿਹੜੇ ਹੁਣ ਪਿਛਲੇ ਬਾਈਡਨ ਸਰਕਾਰ ਦੇ ਕਾਰਜਕਾਲ 'ਚ ਆਏ ਆ, ਉਹ ਜਿੱਦਾਂ ਬਾਰਡਰ ਕਾਈਂਡ ਆਫ ਖੁੱਲੇ ਸੀਗੇ ਤੇ ਉਹਨਾਂ ਦੇ ਬਿਆਨ ਨਹੀਂ ਹੋਏ, ਉਹਨਾਂ ਨੂੰ ਸਿੱਧੇ ਛੱਡਤਾ ਕਿ ਜਨਤਾ ਬੜੀ ਜ਼ਿਆਦਾ ਸੀਗੀ ਤੇ ਉਹ ਵੀ ਨਹੀਂ ਸੀਗਾ, ਕੋਵਿਡ ਦਾ ਵੀ ਚੱਕਰ ਸੀਗਾ ਤੇ ਬਿਆਨ ਵਗੈਰਾ ਨਹੀਂ ਜਿਹੜੇ ਲੈਂਦੇ ਸੀਗੇ। ਤੇ ਨਾਰਮਲੀ ਜਿਹੜਾ ਪ੍ਰੋਸੈਸ ਕੀ ਹੁੰਦਾ ਕਿ ਜਦੋਂ ਤੁਸੀਂ ਬਾਰਡਰ ਕ੍ਰਾਸ ਕਰਦੇ ਆ, ਫੜੇ ਜਾਂਦੇ ਆ ਤੇ ਉਹਨਾਂ ਨੇ ਤੁਹਾਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਬਿਆਨ ਕਹਿੰਦੇ ਆ ਉਹ ਤੁਹਾਡੇ ਲੈਣੇ ਹੁੰਦੇ ਆ ਤੇ ਬਿਆਨ ਜੇ ਤੁਹਾਡੇ ਪਾਸ ਹੋ ਜਾਂਦੇ ਆ ਤੁਹਾਨੂੰ ਛੱਡ ਦਿੰਦੇ ਸੀਗੇ, ਜੇ ਬਿਆਨ ਤੁਹਾਡੇ ਫੇਲ ਹੋ ਜਾਂਦੇ ਆ ਤੇ ਤੁਹਾਨੂੰ ਜੱਜ ਦੇ ਕੋਲ ਇੱਕ ਅਪੀਲ ਕਰਨ ਦਾ ਹੱਕ ਹੁੰਦਾ ਸੀਗਾ ਤੇ ਜੱਜ ਵੀ ਜੇ ਅਪੀਲ ਜਿਹੜੀ ਤੁਹਾਡੀ ਫੇਲ ਕਰ ਦਿੰਦਾ ਤੇ ਤੁਹਾਨੂੰ ਫਿਰ ਜਿਹੜਾ ਸੀਗਾ ਸਿੱਧੇ ਉੱਥੋਂ ਹੀ ਜਿਹੜਾ ਐਕਸਪੀਡਾਈਟਡ ਰਿਮੂਵਲ ਕਹਿੰਦੇ ਆ ਉਹਨੂੰ, ਤੁਹਾਨੂੰ ਵਾਪਸ ਭੇਜ ਦਿੰਦੇ ਸੀਗੇ। ਠੀਕ ਹੈ, ਕੁਛ ਇੱਕ ਦਿਨਾਂ 'ਚ ਜਿਹੜਾ ਕੰਮ ਤਮਾਮ ਕਰ ਦਿੰਦੇ ਸੀਗੇ ਬੰਦੇ ਦਾ। ਤੇ ਹੁਣ ਇਹ ਜਿੱਦਾਂ ਲੋਕੀ ਆ ਗਏ ਆ ਤੇ ਬਾਈਡਨ ਦੇ ਕਾਰਜਕਾਲ 'ਚ ਕੀ ਚੱਲਿਆ ਕਿ ਕੋਰਟਾਂ ਮੂਹਰੇ ਕੇਸ ਲੱਗੇ, ਫਿਰ ਸਿੱਧੇ ਜਿੱਦਾਂ ਸਰਕਾਰ ਨੇ ਐਨਡੀਏ ਫਾਈਲ ਕਰਤਾ, ਜਿਹਨਾਂ ਦੀ ਤਾਂ ਤਰੀਕ ਆ ਗਈ, ਜੱਜ ਜੁਜ ਵਧੀਆ ਸੀ, ਉਹਨਾਂ ਦੇ ਮਾਹੌਲ ਉਦੋਂ ਵਧੀਆ ਸੀਗਾ, ਕਾਫੀ ਕੇਸ ਜਿਹੜੇ ਪਾਸ ਹੋ ਗਏ ਆ। ਹੁਣ ਜਿਹੜਾ ਕੀ ਆ ਕਿ ਸਰਕਾਰ ਜਿਹੜੀ ਆ ਆਪਣੀ ਸਟ੍ਰੈਟਜੀ ਤੁਸੀਂ ਕਹ ਲਓ ਇੱਕ ਤਰ੍ਹਾਂ ਬਣਾ ਰਹੀ ਆ ਕਿ ਉਹਨਾਂ ਦਾ ਜਿਹੜਾ ਮੇਨ ਟੀਚਾ ਜਿਹੜਾ ਹੈਗਾ, ਠੀਕ ਆ, ਕੋਈ ਵੀ ਬੰਦਾ ਭੁਲੇਖੇ 'ਚ ਨਾ ਰਵੇ ਇਸ ਵੇਲੇ, ਉਹ ਬੜਾ ਓਬਵੀਅਸ ਜਿਹਾ ਹੈਗਾ ਕਿ ਬੰਦੇ ਜਿਹੜੇ ਡਿਪੋਰਟ ਉਹਨਾਂ ਨੇ ਕਰਨੇ ਆ ਤੇ ਇਹਦੇ ਵਿੱਚ ਤੁਹਾਨੂੰ ਪਤਾ ਉਹ ਕਈ ਵਾਰੀ ਇਹ ਵੀ ਹੁਣ ਸਵਾਲ ਜਵਾਬ ਉੱਠਣ ਲੱਗ ਪਏ ਆ ਕਿ ਤੁਸੀਂ ਕਿਹੜੇ ਬੇਸ ਤੇ ਲੋਕਾਂ ਨੂੰ ਰੋਕ ਰਹੇ ਆ, ਕਿ ਐਥਨੀਸਿਟੀ ਦੇ ਬੇਸ ਤੇ, ਕਲਰ ਆਫ ਸਕਿਨ ਦੇ ਬੇਸ ਤੇ ਕਿਹੜੇ ਲੋਕਾਂ ਨੂੰ ਤੁਸੀਂ ਟਾਰਗੇਟ ਜਿਹੜਾ ਕਰ ਰਹੇ ਆ, ਉਹ ਚੀਜ਼ ਦਾ ਮੁੱਦਾ ਜਿਹੜਾ ਕਾਫੀ ਜਿਹੜਾ ਬਣਿਆ ਹੋਇਆ। ਤੇ ਦੇਖੋ ਜੀ, ਜਦੋਂ ਸਵਾਲ ਇਹੀ ਆ ਫਿਰ ਕਿ ਜੇ ਕਿਸੇ ਹਿਸਪੈਨਿਕ ਬੰਦੇ ਨੂੰ ਡਿਪੋਰਟ ਕੀਤਾ ਜਾ ਸਕਦਾ ਬਿਨਾਂ ਉਹਦੇ, ਤੇ ਉਹ ਖਬਰਾਂ ਸੁਣਨ ਨੂੰ ਨਹੀਂ ਹੁੰਦੀਆਂ, ਤੁਹਾਡੇ ਘਰ ਤੱਕ ਵੀ ਫਿਰ ਗੱਲ ਜਿਹੜੀ ਆ ਜਾਂਦੀ ਹੈ, ਜੇ ਹਿਸਪੈਨਿਕ ਨੂੰ ਕੀਤਾ ਜਾ ਸਕਦਾ ਤੇ ਫਿਰ ਇੰਡੀਅਨ ਨੂੰ ਵੀ ਕੀਤਾ ਜਾ ਸਕਦਾ। ਤੇ ਉਹ ਜਿਹੜਾ ਹੁਣ ਸਰਕਾਰ ਕੀ ਸੀਗੀ ਕਿ ਉਹਨਾਂ ਨੇ ਜਦੋਂ ਦੇ ਹੁਣ ਆਏ ਆ 6 ਮਹੀਨੇ 'ਚ ਤੇ ਕਈ ਉਹਨਾਂ ਨੇ ਜਿਹੜਾ ਤੁਸੀਂ ਕਹਿ ਲਓ ਕਿ ਕਈ ਚੀਜ਼ਾਂ ਜਿਹੜੀਆਂ ਕਈ ਤੁਸੀਂ ਕਹਿ ਲਓ ਉਹਨਾਂ ਨੇ ਟੂਲਸ ਜਿਹੜੇ ਵਰਤੇ ਆ ਕਿ ਕਿੱਦਾਂ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰਨਾ। ਕਦੀ ਡੈਫਰਡ ਐਕਸ਼ਨ ਉਹਨਾਂ ਨੇ ਬੰਦ ਕਰਤਾ ਕਿ ਵਰਕ ਪਰਮਿਟ ਵੀ ਨਹੀਂ ਮਿਲਣੇ ਜੋਨਾਈਲ ਵਾਲਿਆਂ ਨੂੰ, ਠੀਕ ਆ। ਹੁਣ ਦੇਖੋ ਜੋਨਾਈਲ ਉਹ
ਵਰਕ ਪਰਮਿਟ ਖੋ ਕੇ ਕੀ ਫਾਇਦਾ ਤੁਹਾਡਾ, ਤੁਸੀਂ ਕਹਿੰਦੇ ਕੱਚੇ ਕੰਮ ਨਹੀਂ ਕਰਨਾ, ਉਹ ਤਾਂ ਫਿਰ ਵਰਕ ਪਰਮਿਟ ਹੋਊਗਾ, ਸੋ ਤਾਂ ਕੰਮ ਹੀ ਕਰੂਗਾ, ਕਰੂ। ਜਾਊਗਾ, ਹੂੰ, ਟੈਕਸ ਦਊਗਾ। ਹੂੰ, ਤੇ ਇਦਾਂ ਦੀਆਂ ਜਿਹੜੀਆਂ ਚੇਂਜਾਂ, ਤੇ ਹੁਣ ਜਿਹੜੀ ਰੀਸੈਂਟਲੀ ਇਹਨਾਂ ਦਾ ਨਵਾਂ ਜਿਹੜਾ ਚੱਲਦਾ, ਸਰਕਾਰ ਜਿਹੜੀ ਡਿਸਮਿਸ ਕਰ ਰਹੀ ਸੀਗੀ ਕੇਸ, ਹੂੰ, ਜਿਹੜਾ ਮਾਸਟਰ ਹੀਅਰਿੰਗ ਤੇ ਜਾਂ ਫਾਈਨਲ ਹੀਅਰਿੰਗ ਹੂੰ, ਤੇ ਡਿਸਮਿਸ ਕਰਨਾ, ਕਈ ਜੱਜ ਵੀ ਕੰਪਲਾਈ ਕਰਦੇ ਸੀਗੇ। ਹੂੰ, ਹੂੰ, ਉਹਦੇ ਬਾਰੇ ਆਪਾਂ ਚਰਚਾ ਕੀਤੀ ਸੀਗੀ ਸ਼ੋਅ ਦੇ ਉੱਤੇ, ਕਿ ਪਹਿਲਾਂ ਤੁਸੀਂ ਉਹਨਾਂ ਨੂੰ ਜਿਹੜਾ ਅਪੋਜ਼ ਕਰਨਾ, ਪਹਿਲਾਂ ਟਾਈਮ ਮੰਗੋ ਜਾਂ ਇੱਦਾਂ, ਫਿਰ ਕਈ ਵਾਰੀ ਸਰਕਾਰ ਨਹੀਂ ਇੰਟਰਸਟਿਡ ਹੁੰਦੀ। ਤੇ ਕੇਸ ਜਿਹੜੇ ਡਿਸਮਿਸ ਕਰਕੇ ਕੋਰਟ ਦੇ ਬਾਹਰੋਂ ਦੀ ਬੰਦਿਆਂ ਨੂੰ ਫੜ ਲੈਂਦੇ ਸੀਗੇ, ਤੇ ਉਹਨੂੰ ਕਹਿੰਦੇ ਹੂੰ, ਸੀ ਤੁਹਾਡੇ ਬਿਆਨ ਨਹੀਂ ਹੋਏ ਤੇ ਅਸਾਈਲਮ ਆਪਣੇ ਇੰਟਰਵਿਊ ਦਿਓ ਆ ਕੇ। ਸੋ ਕੋਰਟਾਂ ਵਾਲਿਆਂ ਨੇ ਹੂੰ, ਡਿਸਮਿਸ ਕਰਕੇ ਉਹਨਾਂ ਕੋਲ ਇੰਟਰਵਿਊ ਕਰਦੇ ਸੀਗੇ। ਤੇ ਜਿਹੜੇ ਲੋਕੀ ਸੇਫ ਲੰਘ ਕੇ ਆਏ ਸੀ, ਉਹਨਾਂ ਨੇ ਅਸਾਈਲਮ ਆਫਿਸ ਮੂਹਰੇ ਫਾਈਲ ਕੀਤਾ ਸੀਗਾ। ਉਹਨਾਂ ਦੇ ਵੀ ਜਿਹੜੇ ਸਰਕਾਰ ਸੀਗੀ, ਅਸਾਈਲਮ ਆਫਿਸ ਜਿਹੜਾ ਹੈਗਾ USCIS, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜੀ, ਉਹਨਾਂ ਦੇ ਅਸਾਈਲਮ ਜਿਹੜੇ ਆਪੇ ਖਾਰਿਜ ਕਰੀ ਜਾ ਰਿਹਾ। ਉਹ ਕਹਿ ਰਿਹਾ ਕਿ ਆਪਾਂ ਤੁਹਾਡਾ ਕੇਸ ਕਲੋਜ਼ ਕਰਤਾ, ਤੇ ਆਪਾਂ ਤੁਹਾਡਾ ਕੇਸ ਜਿਹੜਾ ਸੁਣ ਨਹੀਂ ਸਕਦੇ ਹਾਂ, ਵੀ ਤੁਹਾਡੇ ਬਿਆਨ ਹੋਣੇ ਚਾਹੀਦੇ ਆ। ਤੇ ਉਹਨਾਂ ਨੂੰ ਉਹ ਬੇਸਿਕਲੀ ਕਹਿੰਦੇ ਆ ਕਿ ਜੇ ਤੁਸੀਂ ਆਪਣਾ ਆਈਸ ਵਾਲਿਆਂ ਨਾਲ ਜਾ ਕੇ ਖੁਦ ਡੇਟ ਬਣਾਓ ਤੇ ਆਪਣੇ ਬਿਆਨ ਦੇ ਕੇ ਆਓ ਪਹਿਲਾਂ ਉੱਥੇ। ਤੇ ਹੁਣ ਕੌਣ ਅੱਛਾ, ਜਾਵੇ ਉੱਥੇ, ਤੇ ਜਿਹੜੇ ਜਾਂਦੇ ਆ, ਨਾ ਗਿਆ ਤਾਂ ਪ੍ਰੋਬਲਮ ਆ, ਗਿਆ ਤਾਂ ਪ੍ਰੋਬਲਮ ਆ। ਤੇ ਇਹਦੇ ਵਿੱਚ ਉਦਾਂ ਇਹ ਦੱਸਦੀ ਹੈ ਕਿ ਕਈ ਜਿਹੜੇ ਆਪਣੇ ਸੀਗੇ ਕਲਾਇੰਟ, ਉਹਨਾਂ ਨੇ ਬਿਆਨ ਜਿਹੜੇ ਪਾਸ ਕੀਤੇ ਆ ਜਿਹੜੇ ਬਾਅਦ 'ਚ ਜਾ ਕੇ ਵੀ, ਬਾਅਦ 'ਚ ਜਾ ਕੇ ਵੀ। ਹਾਂਜੀ, ਮਤਲਬ ਜਿਹੜਾ ਬੰਦਾ ਠੀਕ ਹੈ, ਪ੍ਰੀਪੇਅਰਡ ਆ, ਸਾਰਾ ਆਪਣਾ ਪ੍ਰੈਜ਼ੈਂਟ ਕਰ ਸਕਦਾ, ਉਹਨਾਂ ਨੇ ਬਿਆਨ ਪਾਸ ਕੀਤੇ ਆ। ਤੇ ਫਿਰ ਠੀਕ ਉਹਨਾਂ ਹੈ। ਨੂੰ ਦੁਬਾਰਾ ਬਾਹਰ ਆ ਕੇ NTA ਨੋਟਿਸ ਟੂ ਅਪੀਅਰ ਮਿਲ ਜਾਂਦਾ, ਤੇ ਕੋਰਟ ਦੇ ਵਿੱਚ ਉਹਨਾਂ ਦਾ ਜਿਹੜਾ ਸੀਗਾ ਕੇਸ ਲੱਗ ਜਾਂਦਾ।